Vaheguru Ji Ka Khalsa, Vaheguru Ji Ki Fateh. This is Komal Singh, and today we will try to understand Ik Oankar. Ik Oankar ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਸਭ ਤੋਂ ਪਹਿਲੇ ਬੋਲ ਗੁਰੂ ਨਾਨਕ ਪਾਤਸ਼ਾਹ ਜੀ ਨੇ ਜੋ ਸਾਨੂੰ ਬਖਸ਼ਿਸ਼ ਕੀਤੇ ਨੇ। ਇੱਕ ਓੰਕਾਰ ਦੇ ਵਿੱਚ ਉਹ ਇੱਕ ਅੰਕ ਯੂਜ਼ ਕਰਦੇ ਨੇ, ਇੱਕ ਡਿਜਿਟ ਯੂਜ਼ ਕਰਦੇ ਨੇ ਜੋ ਇੱਕ ਹੈ। ਉਹ ਈੜੀ ਨੂੰ ਸਿਆਰੀ ਦੇ ਕੱਕਾ ਨਹੀਂ ਲਿਖਦੇ ਨੇ। ਜੇ ਗੱਲ ਕੀਤੀ ਜਾਏ ਕਿ ਇੱਕ ਤੋਂ ਪਹਿਲਾਂ ਕੀ ਸੀ, ਕਿਉਂਕਿ ਉਹ ਇਸ ਗੱਲ ਨੂੰ ਸ਼ਬਦ ਦੇ ਵਿੱਚ ਵੀ ਲਿਖ ਸਕਦੇ ਸੀ, ਪਰ ਉਹਨਾਂ ਨੇ ਅੰਕ ਯੂਜ਼ ਕੀਤਾ ਹੈ। ਔਰ ਇੱਕ ਅੰਕ ਤੋਂ ਪਹਿਲਾਂ ਜੇ ਗੱਲ ਆਉਂਦੀ ਕਿਸੇ ਚੀਜ਼ ਦੀ ਤਾਂ ਉਹ ਹੈ ਜ਼ੀਰੋ, ਜਿਸ ਦਾ ਇਸ਼ਾਰਾ ਹੈ ਨਥਿੰਗ। ਉਸ ਇੱਕ ਹਸਤੀ ਤੋਂ ਪਹਿਲਾਂ ਕੁਛ ਵੀ ਨਹੀਂ। ਅੰਕਾਂ ਦੀ ਗਿਣਤੀ ਫਿਰ 9 ਤੱਕ ਤੁਰਦੀ ਹੈ, ਔਰ ਜਦ 9 ਦੇ ਵਿੱਚ ਇੱਕ ਨੂੰ ਜੋੜ ਦਿੰਦੇ ਆ ਤਾਂ ਫਿਰ 10 ਬਣ ਜਾਂਦਾ ਹੈ। ਔਰ ਜਿਹੜਾ ਸ਼ੂਨਯ ਹੈ, ਜਿਹੜਾ ਜ਼ੀਰੋ ਹੈ, ਬਾਅਦ ਨੂੰ ਆ ਜਾਂਦਾ ਹੈ। ਉਸ ਦਾ ਇਸ਼ਾਰਾ ਇਹ ਹੈ ਕਿ ਉਸ ਤੋਂ ਬਿਨਾਂ ਵੀ ਕੁਛ ਨਹੀਂ, ਉਸ ਤੋਂ ਪਹਿਲਾਂ ਕੁਛ ਨਹੀਂ, ਉਸ ਤੋਂ ਬਗੈਰ ਕੁਛ ਨਹੀਂ। ਇਸ ਕਰਕੇ ਮੇਰੇ ਖਿਆਲ ਦੇ ਅਨੁਸਾਰ ਗੁਰੂ ਸਾਹਿਬ ਨੇ ਇੱਕ ਅੰਕ ਨੂੰ ਯੂਜ਼ ਕੀਤਾ ਹੈ, ਨਾ ਕਿ ਉੱਥੇ ਸ਼ਬਦ ਨੂੰ ਯੂਜ਼ ਕੀਤਾ ਹੈ। ਇਸ ਦੁਨੀਆ ਦੇ ਵਿੱਚ ਜਦੋਂ ਵੀ ਅਸੀਂ ਕਿਸੇ ਚੀਜ਼ ਨੂੰ ਸਮਝਦੇ ਹਾਂ, ਉਹ ਜਾਂ ਤਾਂ ਸ਼ਬਦਾਂ ਦੇ ਰਾਹੀਂ ਸਮਝਦੇ ਹਾਂ ਜਾਂ ਅੰਕਾਂ ਦੇ ਰਾਹੀਂ ਸਮਝਦੇ ਹਾਂ। ਇਹ ਜਿੰਨੀ ਵੀ ਸਾਇੰਸ ਹੈ ਉਹ ਬਿਨਾਂ ਅੰਕ ਤੋਂ ਤੁਰ ਨਹੀਂ ਸਕਦੀ, ਤੇ ਇਸ ਤਰ੍ਹਾਂ ਕਹਿ ਲਈਏ ਇੱਕ ਤੋਂ ਬਿਨਾਂ ਤੁਰ ਨਹੀਂ ਸਕਦੀ। ਇੱਕ ਤੋਂ ਲੈ ਕੇ ਜਿਹੜੇ 9 ਅੰਕ ਬਣਦੇ ਨੇ ਉਹ ਇੱਕ ਦੀ ਹੀ ਮਲਟੀਪਲੀਕੇਸ਼ਨ ਹੈ 9 ਤੱਕ। ਤੇ ਇੱਕ ਉਹ ਹਸਤੀ ਸਾਇੰਸ ਵੀ ਜਿਸ ਦੇ ਕਰਕੇ ਤੁਰਦੀ ਹੈ। ਬਿਨਾਂ ਮੈਥ ਤੋਂ ਸਾਇੰਸ ਕੰਮ ਨਹੀਂ ਕਰ ਸਕਦੀ ਹੈ, ਬਿਨਾਂ ਅੰਕਾਂ ਤੋਂ ਸਾਇੰਸ ਨਹੀਂ ਕੰਮ ਕਰ ਸਕਦੀ ਹੈ। ਤੇ ਜਿਹੜੇ ਸਾਇੰਟਿਸਟ ਨੇ, ਜੇ ਉਹਨਾਂ ਦੀ ਗੱਲ ਕਰੀਏ ਰਿਲੀਜਨ ਦੇ ਬਾਰੇ, ਪਰਮਾਤਮਾ ਦੇ ਬਾਰੇ, ਤਾਂ ਇਸ ਤਰ੍ਹਾਂ ਨਹੀਂ ਕਿ ਉਹ ਪਰਮਾਤਮਾ ਨੂੰ ਨਹੀਂ ਮੰਨਦੇ ਨੇ। ਉਹ ਵੀ ਪਰਮਾਤਮਾ ਨੂੰ ਮੰਨਦੇ ਨੇ, ਬਸ ਉਹਨਾਂ ਦੀ ਲੈਂਗੁਏਜ ਵੱਖਰੀ ਹੈ, ਉਹਨਾਂ ਦੀ ਡੈਫੀਨੇਸ਼ਨ ਵੱਖਰੀ ਹੈ। ਜੇ ਆਇਨਸਟੀਨ ਦੀ ਗੱਲ ਕਰੀਏ ਤਾਂ ਆਇਨਸਟੀਨ ਦਾ ਕਹਿਣਾ ਸੀ, religion is blind without science and science is lame without religion, which quoted the scientist ਉਹਦੀ ਇਹ ਸਟੇਟਮੈਂਟ ਹੈ। ਨਿਊਟਨ ਦੀ ਜੇ ਗੱਲ ਕਰੀਏ, ਉਹਦਾ ਕਹਿਣਾ ਕਿ ਜਿਸ ਤਰ੍ਹਾਂ ਅਸੀਂ ਇਸ ਦੁਨੀਆ ਨੂੰ ਦੇਖਦੇ ਹਾਂ, ਜੋ ਇਸ ਦਾ ਇੱਕ ਡਿਜ਼ਾਈਨ ਹੈ, ਇਸ ਦੇ ਪਿੱਛੇ ਇੱਕ ਵਿਜ਼ਡਮ, ਇੰਟੈਲੀਜੈਂਸ ਕੰਮ ਕਰਦੀ ਹੈ। ਉਸ ਤੋਂ ਬਿਨਾਂ ਇਹ ਹੋ ਨਹੀਂ ਸਕਦਾ। ਔਰ ਉਹਦਾ ਕਹਿਣਾ ਸੀ ਕਿ ਸਾਇੰਸ ਪਰਮਾਤਮਾ ਦੀ ਲੈਂਗੁਏਜ ਹੈ, ਪਰਮਾਤਮਾ ਸਾਇੰਸ ਦੇ ਥਰੂ ਸਾਡੇ ਨਾਲ ਗੱਲ ਕਰਦਾ ਹੈ। ਤਾਂ ਕੁਛ ਲੋਕ ਜੋ ਪਰਮਾਤਮਾ ਨੂੰ ਨਹੀਂ ਮੰਨਦੇ ਨੇ, ਉਹ ਇਟ ਨੋਟ ਮੀਨਸ ਦੈਟ ਕਿ ਦੇ ਡੋਂਟ ਵਾਂਟ ਬਿਲੀਵ ਇਨ ਗੋਡ, ਬਟ ਰੀਜ਼ਨ ਇਹ ਹੈ ਕਿ ਧਰਮ ਦੇ ਨਾਮ 'ਤੇ ਜਿਹੜੀਆਂ ਚੀਜ਼ਾਂ ਕੀਤੀਆਂ ਜਾਂਦੀਆਂ ਨੇ, ਜਿਹੜਾ ਕਿ ਪ੍ਰੋਪੋਗੰਡਾ, ਜਿਹੜੀ ਕਿ ਹਾਈਪਰੋਕੀਸੀ ਕੀਤੀ ਜਾਂਦੀ ਹੈ, ਉਹ ਸਹੀ ਨਹੀਂ ਹੈ। ਇਸ ਕਰਕੇ ਕੁਛ ਲੋਕ ਇਸ ਚੀਜ਼ ਤੋਂ ਮੰਨਣ ਤੋਂ ਇਨਕਾਰੀ ਹੋ ਗਏ ਨੇ। ਤੇ ਪਹਿਲਾਂ ਜੋ ਗੱਲ ਕੀਤੀ ਜਾ ਰਹੀ ਹੈ ਉਹ ਇੱਕ ਦੀ ਕੀਤੀ ਜਾ ਰਹੀ ਹੈ, ਔਰ ਇੱਕ ਡਿਜਿਟ ਹੈ। ਪੂਰਾ ਮੈਥਮੈਟਿਕਸ ਔਰ ਪੂਰੀ ਸਾਇੰਸ ਉਹਦੇ ਉੱਪਰ ਡਿਪੈਂਡ ਕਰਦੀ ਹੈ। ਔਰ ਉਹ ਇੱਕ ਹਸਤੀ, ਉਹਨੂੰ ਪਰਮਾਤਮਾ ਦੇ ਰੂਪ ਦੇ ਵਿੱਚ ਲਿਆ ਜਾਂਦਾ ਹੈ। ਇਸ ਦਾ ਮਤਲਬ ਹੈ ਇੱਕ। ਉਸ ਤੋਂ ਅੱਗੇ ਗੱਲ ਆਉਂਦੀ ਹੈ
ਓੰਕਾਰ ਦੀ। ਇਸ ਦੇ ਵਿੱਚ ਪਹਿਲਾ ਓਮ ਔਰ ਫਿਰ ਕਾਰ ਹੈ। ਜਿਹੜਾ ਅੱਖਰ ਓ ਹੈ, ਇਸ ਦੇ 3 ਅਰਥ ਮੰਨੇ ਜਾਂਦੇ ਨੇ ਅਕੋਰਡਿੰਗ ਟੂ ਪ੍ਰੋਫੈਸਰ ਸਾਹਿਬ ਸਿੰਘ, ਕਿ ਜਦੋਂ ਕੋਈ ਹੁਕਮ ਦਿੰਦਾ ਹੈ ਜਾਂ ਕਿਸੇ ਸਵਾਲ ਦੇ ਸਾਹਮਣੇ ਜੋ ਅਸੀਂ ਹਾਂ ਜੀ ਕਹਿੰਦੇ ਹਾਂ, ਇੱਕ ਅਰਥ ਉਹ ਬਣਦਾ ਹੈ। ਦੂਜਾ ਓਮ ਬ੍ਰਹਮ ਪਰਮਾਤਮਾ ਬਣਦਾ ਹੈ। ਔਰ ਤੀਜਾ ਅਰਥ ਕਿ ਕਿਸੇ ਧਾਰਮਿਕ ਪੁਸਤਕ ਦੇ ਆਰੰਭ ਦੇ ਵਿੱਚ ਜਾਂ ਅਖੀਰ ਦੇ ਵਿੱਚ ਉਸਨੂੰ ਵਰਤਿਆ ਜਾਂਦਾ ਹੈ ਧਾਰਮਿਕ ਰੂਪ ਦੇ ਵਿੱਚ, ਤੀਜਾ ਅਰਥ ਉਹ ਬਣਦਾ ਹੈ। ਇੱਥੇ ਜਿਹੜਾ ਅਰਥ ਇਸ ਦਾ ਲਿਆ ਜਾਂਦਾ ਹੈ ਉਹ ਇੱਕ ਰੱਬ ਲਿਆ ਜਾਂਦਾ ਹੈ, ਇੱਕ ਪਰਮਾਤਮਾ। ਇੱਕ ਪਰਮਾਤਮਾ ਅਰਥ ਕਿਉਂ ਲਿਆ ਜਾਂਦਾ ਹੈ? ਕਿਉਂਕਿ ਓਮ ਤੋਂ ਪਹਿਲਾਂ ਇੱਕ ਅੰਕ ਲਿਖਿਆ ਹੋਇਆ ਹੈ। ਉਹ ਇੱਕ ਪਰਮਾਤਮਾ, ਤੇ ਇੱਕ ਦਾ ਮਤਲਬ 1 ਇੱਕ, ਔਰ ਓਮ ਬ੍ਰਹਮ ਪਰਮਾਤਮਾ की एक हस्ती परमात्मा। ਉਹਦੇ ਵਿੱਚ ਫਿਰ ਆਉਂਦਾ ਹੈ ਕਾਰ, ਜਿਸ ਦਾ ਕੀ ਅਰਥ ਲਿਆ ਜਾਂਦਾ ਹੈ ਕਿ ਉਸ ਤੋਂ ਜਿਹੜੀ ਇਹ ਸ੍ਰਿਸ਼ਟੀ ਹੈ, ਇੱਕ ਰਸ ਲਗਾਤਾਰ ਉਹ ਪ੍ਰੋਸੈਸ ਚੱਲ ਰਿਹਾ ਹੈ। जिस तरह की साइंस ਦੀ एक स्टेटमेंट है कि यूनिवर्स इज एक्सपेंडिंग एवरी मोमेंट। ਤੇ ਇਸ ਕਰਕੇ ਇੱਕ ਓੰਕਾਰ ਇਸ ਤਰ੍ਹਾਂ ਨੂੰ ਪੜ੍ਹਿਆ ਜਾਂਦਾ ਹੈ, ਔਰ ਜਿਸ ਦੇ ਕੀ ਅਰਥ ਬਣਦੇ ਨੇ ਕਿ ਇੱਕ ਪਰਮਾਤਮਾ ਜੋ ਸਾਰੀਆਂ ਥਾਵਾਂ ਤੇ ਜਿਸ ਦੇ ਹੁਕਮ ਦੇ ਵਿੱਚ ਸੰਸਾਰ ਹਰੇਕ ਮੂਮੈਂਟ ਦੇ ਵਿੱਚ ਫੈਲ ਰਿਹਾ ਹੈ। ਤਾਂ ਉੱਥੇ ਸਾਇੰਸ ਅਤੇ ਰਿਲੀਜਨ ਦੋਵਾਂ ਦੀ ਇੱਕੋ ਲੈਂਗੁਏਜ ਬਣ ਜਾਂਦੀ ਹੈ ਕਿ ਕੋਈ ਨਾ ਕੋਈ ਪਾਵਰ ਹੈ, ਕੋਈ ਨਾ ਕੋਈ ਹਸਤੀ ਹੈ ਜੋ ਇਸ ਸਾਰੇ ਜਗਤ ਦੇ ਪਿੱਛੇ ਹੈ। ਔਰ ਦੂਸਰੀ ਗੱਲ, ਇਹ ਜਗਤ ਐਵਰੀ ਮੂਮੈਂਟ ਐਕਸਪੈਂਡ ਹੋ ਰਿਹਾ ਹੈ। ਇੱਕ ਓੰਕਾਰ, ਤੇ ਇਸ ਤਰੀਕੇ ਨਾਲ ਇਹ ਇੱਕ ਓੰਕਾਰ ਦੇ ਅਰਥ ਬਣਦੇ ਨੇ। ਆਈ ਹੋਪ this video will be beneficial for you. Thank you so much. You have a blessed day.